ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਇੱਕ ਹੋਰ ਜਿੱਦਾਂ ਆਪਾਂ ਤੁਹਾਨੂੰ ਕਹਿ ਦਈਏ ਕਿ ਇਹ ਵੀ 1 ਮਾਰਕਸ 'ਚ ਆ ਸਕਦਾ ਹੈ ਕਿ ਵਟ ਡੂ ਯੂ ਮੀਨ ਬਾਈ ਮੈਨੇਜਮੈਂਟ ਐਜ਼ ਸੋਸ਼ਲ ਪ੍ਰੋਸੈਸ, ਜਾਂ ਵਟ ਡੂ ਯੂ ਮੀਨ ਬਾਈ ਦ ਇੰਟੀਗ੍ਰੇਟਿੰਗ ਪ੍ਰੋਸੈਸ ਮੈਨੇਜਮੈਂਟ ਐਜ਼ ਇੰਟੀਗ੍ਰੇਟਿੰਗ ਪ੍ਰੋਸੈਸ, ਜਾਂ ਵਟ ਡੂ ਯੂ ਮੀਨ ਬਾਈ ਦ ਮੈਨੇਜਮੈਂਟ ਐਜ਼ ਇੰਟਰੈਕਟਿਵ ਪ੍ਰੋਸੈਸ, ਜਾਂ ਵਟ ਡੂ ਯੂ ਮੀਨ ਬਾਈ ਮੈਨੇਜਮੈਂਟ ਐਜ਼ ਏ ਕੰਟੀਨਿਊਸ ਪ੍ਰੋਸੈਸ। ਅਤੇ ਇਹ ਡੈਫੀਨੇਸ਼ਨਸ ਵੀ ਆ ਸਾਰੀਆਂ, ਠੀਕ ਆ ਨਾ। ਅਤੇ ਮੈਨੇਜਮੈਂਟ ਦੀਆਂ ਕਿੰਨੀਆਂ ਡੈਫੀਨੇਸ਼ਨ, ਮੈਨੂੰ ਜ਼ਿਆਦਾ 20 ਤੋਂ 30 ਆਪਾਂ ਡੈਫੀਨੇਸ਼ਨਸ ਪੜ੍ਹ ਚੁੱਕੇ ਹਾਂ। ਹੁਣ ਜੇ ਤੁਹਾਨੂੰ 1 ਮਾਰਕਸ ਦੇ ਵਿੱਚ ਇਹ ਆ ਜਾਂਦਾ ਤੇ ਮੈਨੇਜਮੈਂਟ ਵਟ ਡੂ ਯੂ ਮੀਨ ਬਾਈ ਮੈਨੇਜਮੈਂਟ ਐਜ਼ ਸੋਸ਼ਲ ਪ੍ਰੋਸੈਸ, ਤਾਂ ਸੋਸ਼ਲ ਪ੍ਰੋਸੈਸ ਇਹ ਕਿ ਮੈਨੇਜਮੈਂਟ ਜਦੋਂ ਤੁਸੀਂ ਕਰਨੀ ਆ ਤੁਹਾਨੂੰ ਕਿਹਦੇ ਨਾਲ ਡੀਲ ਕਰਨਾ ਪਊਗਾ, ਸੋਸ਼ਲ ਦਾ ਮਤਲਬ ਹਿਊਮਨ ਬੀਇੰਗਸ ਦੇ ਨਾਲ, ਹੈ ਨਾ। ਅਤੇ ਜਿਹੜੇ ਕਿ ਕਿੱਥੇ ਰਹਿੰਦੇ ਨੇ, ਸੁਸਾਇਟੀ ਦੇ ਵਿੱਚ ਰਹਿੰਦੇ ਨੇ। ਅਤੇ ਜੇ ਤੁਸੀਂ ਆਪਣੇ ਗੋਲਸ ਅਚੀਵ ਕਰਨੇ ਤਾਂ ਤੁਹਾਨੂੰ ਹਰ ਇੱਕ ਦੇ ਨਾਲ ਤਾਲਮੇਲ ਬਣਾ ਕੇ ਚੱਲਣਾ ਪਊਗਾ। ਸੋਸ਼ਲ ਦਾ ਮਤਲਬ ਇਹ ਹੁੰਦਾ ਕਿ ਆਪਾਂ ਨੂੰ ਹਰ ਇੱਕ ਦੇ ਨਾਲ ਗੱਲਬਾਤ ਕਰਨੀ ਪਊਗੀ ਤਾਂ ਜੋ ਆਰਗੇਨਾਈਜੇਸ਼ਨ ਦਾ ਇੱਕ ਵਧੀਆ ਪ੍ਰਭਾਵ ਪੈ ਸਕੇ ਲੋਕਾਂ 'ਤੇ, ਅਤੇ ਤਾਂ ਜੋ ਮੈਨੇਜਰ ਇੱਕ ਵਧੀਆ ਚੀਜ਼ ਮੈਨੇਜ ਕਰ ਸਕੇ, ਠੀਕ ਆ। ਜੇ ਤੁਸੀਂ ਮੈਨੇਜ ਕਰਨਾ ਤਾਂ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੀਜ਼ਾਂ ਨੂੰ ਮੈਨੇਜ ਕਰੋਗੇ, ਠੀਕ ਹੈ। ਇੰਟੀਗ੍ਰੇਟਿੰਗ ਪ੍ਰੋਸੈਸ, ਅੰਡਰ ਦ ਪ੍ਰੋਸੈਸ ਆਫ ਮੈਨੇਜਮੈਂਟ ਹਿਊਮਨ ਰਿਸੋਰਸਿਸ ਐਂਡ ਫਿਜ਼ੀਕਲ ਰਿਸੋਰਸਿਸ ਆਰ ਪ੍ਰੈਕਟੀਕਲੀ ਇੰਟੀਗ੍ਰੇਟਿਡ। ਇੰਟੀਗ੍ਰੇਟਿਡ ਦਾ ਮਤਲਬ ਜੋੜਨਾ, ਠੀਕ ਆ ਨਾ। ਹੁਣ ਦੇਖੋ ਕਿ ਕਹਿੰਦੇ ਆ ਕਿ ਹਿਊਮਨ ਰਿਸੋਰਸ ਦਾ ਮਤਲਬ ਇਹ ਹੁੰਦਾ ਕਿ ਵਰਕਰਸ ਨੂੰ ਵੀ ਜੋੜ ਕੇ ਰੱਖਣਾ ਕਿਹਦੇ ਨਾਲ, ਰਿਸੋਰਸਿਸ ਦੇ ਨਾਲ। ਜਿਹੜੇ ਰਿਸੋਰਸਿਸ ਮਤਲਬ ਜਿਹੜੇ ਆਪਾਂ ਨੂੰ ਚਾਹੀਦੇ ਆ, ਜਿੱਦਾਂ ਹੁਣ ਦੇਖੋ ਸ਼ੂ ਬਣਾਉਣ ਲਈ ਆਪਾਂ ਨੂੰ ਲੇਸਿਸ ਚਾਹੀਦੇ ਆ, ਠੀਕ ਆ। ਦੈਟ ਮੀਨਸ ਕਿ ਫਿਜ਼ੀਕਲ ਰਿਸੋਰਸਿਸ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਬਣਾਉਣਾ, ਅਤੇ ਫਿਜ਼ੀਕਲ ਰਿਸੋਰਸਿਸ ਹੋਣਗੇ ਅਤੇ ਤਾਂ ਹੀ ਤਾਂ ਹਿਊਮਨ ਬਣਾਊਗਾ, ਕੁਝ ਨਾ ਕੁਝ ਵਰਕਰ ਬਣਾਉਣਗੇ। ਅਤੇ ਜੇ ਤੁਹਾਡੇ ਕੋਲ ਰਿਸੋਰਸਿਸ ਹੀ ਨਹੀਂ ਹੈਗੇ ਤੇ ਹਿਊਮਨ ਕੁਝ ਵੀ ਨਹੀਂ ਬਣਾ ਸਕਦਾ। ਦੈਟ ਮੀਨਸ ਕਿ ਕਹਿੰਦੇ ਆ ਕਿ ਦੋਵੇਂ ਚੀਜ਼ਾਂ ਮਿਲਾ ਕੇ, ਹਿਊਮਨ ਵਰਕਰਸ ਨੂੰ ਮਿਲਾ ਕੇ ਤੇ ਰਿਸੋਰਸਿਸ ਜਿਹੜੇ ਕਿ ਫਿਜ਼ੀਕਲ ਰਿਸੋਰਸਿਸ ਆ ਜਿਹਦੇ ਨਾਲ ਆਪਾਂ ਚੀਜ਼ਾਂ ਬਣਾਉਣੀਆਂ, ਉਹ ਦੋਵੇਂ ਹੋਣਗੀਆਂ ਤਾਂ ਫਿਰ ਹੀ ਮੈਨੇਜਮੈਂਟ ਹੋ ਸਕਦੀ। ਉਹ ਤੋਂ ਬਿਨਾਂ ਮੈਨੇਜਮੈਂਟ ਨਹੀਂ ਹੋ ਸਕਦੀ। ਫੋਰ ਐਗਜ਼ਾਮਪਲ ਤੁਹਾਡੇ ਕੋਲ ਲੇਸਿਸ ਹੈ, ਸ਼ੂ ਬਣਾਉਣ ਲਈ ਤੁਹਾਡੇ ਕੋਲ ਸਾਰਾ ਸਮਾਨ ਅਵੇਲੇਬਲ, ਬਟ ਤੁਹਾਡੇ ਕੋਲ ਵਰਕਰਸ ਹੀ ਨਹੀਂ ਹੈਗੇ, ਦੈਟ ਮੀਨਸ ਫਿਰ ਵੀ ਤੁਸੀਂ ਕੰਮ ਨਹੀਂ ਕਰ ਸਕਦੇ। ਸੋ ਇਹ ਦੋਵਾਂ ਚੀਜ਼ਾਂ ਜੇ ਤੁਹਾਡੇ ਕੋਲ ਹੋਣਗੀਆਂ ਫਿਰ ਹੀ ਤੁਸੀਂ ਇੱਕ ਵਧੀਆ ਮੈਨੇਜਮੈਂਟ ਕਰ ਸਕਦੇ ਜੋ। ਇੰਟਰੈਕਟਿਵ ਪ੍ਰੋਸੈਸ, ਇੰਟਰੈਕਟਿਵ ਦਾ ਵੇਖੋ ਵੇਰੀਅਸ ਫੰਕਸ਼ਨਸ ਪਰਫਾਰਮ ਬਾਏ ਦ ਮੈਨੇਜਰ ਆਰ ਰਿਲੇਟਿਡ ਟੂ one another and every function affects and gets affected by the other function. Hence the process of management is an interactive process। ਕਹਿੰਦੇ ਆ ਕਿ ਇੰਟਰੈਕਟਿਵ ਪ੍ਰੋਸੈਸ ਦੇ ਵਿੱਚ ਇਹ ਚੀਜ਼ ਕੀ ਆ ਕਿ ਇੱਕ ਵੀ ਜੇ ਪ੍ਰੋਸੈਸ ਆਪਾਂ ਨਹੀਂ ਕਰਦੇ, ਇੱਕ ਵੀ ਫੰਕਸ਼ਨ ਜੇ ਆਪਾਂ ਨਹੀਂ ਪਰਫਾਰਮ ਕਰਦੇ, ਜੇ ਆਪਾਂ ਪਲੈਨਿੰਗ ਨਹੀਂ ਪਰਫਾਰਮ ਕੀਤੀ, ਆਰਗੇਨਾਈਜ਼ਿੰਗ ਪਰਫਾਰਮ ਨਹੀਂ ਕੀਤੀ, ਜਾਂ ਸਟਾਫਿੰਗ ਨਹੀਂ ਕੀਤੀ, ਜਾਂ ਡਾਇਰੈਕਟਿੰਗ, ਕਹਿੰਦਾ ਕਿ ਜੇ ਇੱਕ ਵੀ ਵਿੱਚੋਂ ਆਪਾਂ ਸਟੈਪ ਛੱਡਤਾ ਤੇ ਅਗਲੇ ਸਟੈਪ 'ਤੇ ਉਹਦਾ ਇਫੈਕਟ ਪੈਣਾ ਵਾ। ਸੋ ਕਹਿੰਦਾ ਕਿ ਆਪਾਂ ਨੂੰ ਹਰ ਇੱਕ ਪ੍ਰੋਸੈਸ ਨੂੰ ਨਾਲ ਦੇ ਨਾਲ ਹੀ ਕਰਨਾ ਪਵੇਗਾ ਤਾਂ ਹੀ ਆਪਾਂ ਵਧੀਆ ਮੈਨੇਜਮੈਂਟ ਕਰ ਸਕਦੇ। ਓਬਵੀਅਸਲੀ ਕਹਿੰਦੇ ਕੰਟੀਨਿਊਸ ਪ੍ਰੋਸੈਸ ਆ, ਤੁਹਾਨੂੰ ਪਤਾ ਮੈਨੇਜਮੈਂਟ ਕੰਟੀਨਿਊਸ ਆ। ਤੁਸੀਂ ਜਿੰਨਾ ਚਿਰ ਤੱਕ ਤੁਸੀਂ ਕੰਪਨੀ ਨੂੰ ਚਲਾਉਣਾ, ਤੁਹਾਨੂੰ ਰੋਜ਼ ਦੇ ਰੋਜ਼ ਹੀ ਮੈਨੇਜਮੈਂਟ ਕਰਨੀ ਪਊਗੀ। ਜੇ ਤੁਸੀਂ ਨਹੀਂ ਮੈਨੇਜ ਕਰੋਗੇ ਰੋਜ਼ ਦੀ ਰੋਜ਼ ਤਾਂ ਤੁਹਾਡੀ ਕੰਪਨੀ ਕੀ ਹੋ ਸਕਦੀ, ਡੁੱਬ ਸਕਦੀ, ਠੀਕ ਹੈ। ਯੂਨੀਵਰਸਲ ਪ੍ਰੋਸੈਸ ਹੈ। ਯੂਨੀਵਰਸਲ ਦਾ ਮਤਲਬ ਆਲ ਓਵਰ ਵਰਲਡ ਮੈਨੇਜਮੈਂਟ ਅਪਲਾਈ ਹੁੰਦੀ। ਇਹ ਨਹੀਂ ਅਗਰ ਤੁਸੀਂ ਕਦੋਂ ਇੰਡੀਆ ਦੇ ਵਿੱਚ ਹੁੰਦੀ ਆ ਅਤੇ ਅਮੈਰੀਕਾ 'ਚ ਨਹੀਂ ਹੁੰਦੀ ਹੋਊਗੀ। ਕੋਈ ਵੀ ਕੰਪਨੀ ਭਾਵੇਂ ਇੰਡੀਆ ਦੀ ਭਾਵੇਂ ਅਮੈਰੀਕਾ ਦੀ, ਉਹਨਾਂ ਨੂੰ ਹਰ ਇੱਕ ਚੀਜ਼ ਕੀ ਕਰਨੀ ਪੈਂਦੀ ਆ, ਮੈਨੇਜ ਕਰਨੀ ਹੀ। ਕੋਈ ਵੀ ਕੰਟਰੀ ਆ ਉਹਨਾਂ ਨੂੰ ਹਰ ਇੱਕ ਚੀਜ਼, ਹਰ ਇੱਕ ਆਰਗੇਨਾਈਜੇਸ਼ਨ ਨੂੰ, ਹਰ ਇੱਕ ਕੰਟਰੀ ਦੇ ਵਿੱਚ ਹਰ ਇੱਕ ਚੀਜ਼ ਨੂੰ ਕੀ ਕਰਨਾ ਪੈਂਦਾ, ਮੈਨੇਜ ਕਰਨਾ ਹੀ ਪੈਂਦਾ। ਹੁਣ ਬੱਚੇ ਨੈਕਸਟ ਵਨ ਇਜ਼ ਦਾ ਵਟ ਇਜ਼ ਦਾ ਡਿਫਰੈਂਸ ਬਿਟਵੀਨ ਇਫੈਕਟਿਵਨੈਸ ਐਂਡ ਐਫੀਸ਼ੀਐਂਸੀ। ਕਿ ਇਫੈਕਟਿਵਨੈਸ ਅਤੇ ਐਫੀਸ਼ੀਐਂਸੀ ਦੇ ਵਿੱਚ ਡਿਫਰੈਂਸ ਕੀ ਆ। ਮੀਨਿੰਗ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਇਟ ਮੀਨਸ ਦਾ ਅਚੀਵਮੈਂਟ ਆਫ ਆਬਜੈਕਟਿਵਸ ਇਨ ਟਾਈਮ। ਇਫੈਕਟਿਵਨੈਸ ਦੇ ਵਿੱਚ ਤੁਸੀਂ ਹਰ ਇੱਕ ਕੰਮ ਕੀ ਕਰਨਾ, ਔਨ ਟਾਈਮ 'ਤੇ ਅਚੀਵ ਕਰਨਾ। ਬਟ ਐਫੀਸ਼ੀਐਂਸੀ ਦੇ ਵਿੱਚ ਟਾਈਮ 'ਤੇ ਕਰਨਾ ਹੀ ਕਰਨਾ ਵਾ, ਬਟ ਵਿਦ ਮਿਨੀਮਮ ਕੋਸਟ। ਇਹ ਪੜ੍ਹਿਆ ਸੀ ਨਾ ਆਪਾਂ ਪਹਿਲਾਂ, ਠੀਕ ਹੈ। ਹੁਣ ਇਹਦਾ ਫੋਕਸ ਕੀ, ਫੋਕਸ ਇਜ਼ ਟੂ ਕੰਪਲੀਟ ਦਾ ਟਾਸਕ ਇਨ ਟਾਈਮ। ਇਹਦਾ ਫੋਕਸ ਕੀ ਹੈ ਕਿ ਟਾਸਕ ਨੂੰ ਕੀ ਕਰਨਾ, ਕੰਪਲੀਟ ਕਰਨਾ ਟਾਈਮ 'ਤੇ, ਭਾਵੇਂ ਜਿੰਨਾ ਮਰਜ਼ੀ ਪੈਸਾ ਲੱਗ ਜਾਵੇ। ਬਟ ਇਹਦਾ ਫੋਕਸ ਕੀ ਆ ਕਿ ਟਾਸਕ ਨੂੰ ਕੰਪਲੀਟ ਤੇ ਕਰਨਾ ਟਾਈਮ 'ਤੇ, ਬਟ ਵਿਦ ਮਿਨੀਮਮ cost, ਠੀਕ ਹੈ ਜੀ। it is a broad concept which gives importance to the achievement of the objectives of the organization. it is a narrow concept which gives importance to economic and technical factors। ਬੱਚੇ ਕਹਿੰਦੇ ਕਿ ਆ ਵੱਡਾ ਵਾ ਇਫੈਕਟਿਵਨੈਸ ਕੀ ਆ, ਬ੍ਰੌਡ ਮਤਲਬ ਫੈਲਿਆ ਹੋਇਆ ਜ਼ਿਆਦਾ। ਕਿਉਂਕਿ ਇਹਦੇ ਵਿੱਚ ਆਪਾਂ ਕੀ ਕਰਦੇ, ਗੋਲਸ ਨੂੰ ਅਚੀਵ ਕਰਦੇ ਹਾਂ। ਆਪਾਂ ਇਹ ਨਹੀਂ ਵੇਖਦੇ ਕਿ ਸਾਨੂੰ ਕਿੰਨੀ ਕੋਸਟ ਲੱਗੂਗੀ। ਬਟ ਆ ਕਹਿੰਦੇ ਛੋਟਾ ਕੰਸੈਪਟ ਹੈ। ਛੋਟਾ ਕੰਸੈਪਟ ਕਿਉਂਕਿ ਤੁਸੀਂ ਇਹਦੇ ਵਿੱਚ ਇਹ ਕਹਿੰਦੇ ਜੋ ਕਿ ਮੈਂ ਉਹਨਾਂ ਚਿਰ ਤੱਕ ਕੰਮ ਕੰਪਲੀਟ ਨਹੀਂ ਕਰਨਾ ਜਦ ਮੈਨੂੰ ਉਹਦੀ ਮਿਨੀਮਮ ਕੋਸਟ ਨਹੀਂ ਮਿਲਦੀ, ਠੀਕ ਆ ਜੀ। ਇਹਦਾ ਮਤਲਬ ਇਹ ਹੋ ਗਿਆ ਕਿ ਆਹ ਛੋਟਾ ਕੰਸੈਪਟ ਹੋ ਗਿਆ, ਆ ਕੀ ਹੋ ਗਿਆ, ਵੱਡਾ ਕੰਸੈਪਟ ਹੋ ਗਿਆ। ਇਹਦੇ ਵਿੱਚ ਤੁਸੀਂ ਕਹਿੰਦੇ ਜੋ ਕਿ ਚੱਲ 1 ਰੁਪਇਆ ਵੱਧ ਵੀ ਜੇ ਮੈਨੂੰ ਕੋਸਟ ਪੈਂਦੀ ਮੈਂ ਕੰਮ ਤੇ ਕੰਪਲੀਟ ਕਰਾਂ, ਬਟ ਇਹਦੇ ਵਿੱਚ ਤੁਸੀਂ ਕਹਿੰਦੇ ਜੇ ਮੈਨੂੰ 1 ਰੁਪਇਆ ਵੀ ਵੱਧ ਕੋਸਟ ਪੈਂਦੀ ਤੇ ਮੈਂ ਕੰਮ ਨਹੀਂ ਕਰਨਾ। It is a multi-dimensional concept which cannot be measured on the basis of a single measure such as cost-benefit analysis. It can be measured on the basis of cost-benefit analysis। ਕਹਿੰਦੇ ਆ ਕਿ ਇਹਦੇ ਵਿੱਚ ਵੇਖੋ, ਇਹਦੇ ਵਿੱਚ ਆਪਾਂ ਕੰਸੈਪਟ ਨੂੰ ਆਪਾਂ ਜਿਹੜਾ ਕਹਿੰਦੇ ਇਫੈਕਟਿਵਨੈਸ ਨੂੰ ਆਪਾਂ ਸਿਰਫ ਕਿਹਦੇ ਨਾਲ ਮੇਜਰ ਕਰਦੇ ਆ, ਕੋਸਟ ਬੈਨੀਫਿਟ ਐਨਾਲਿਸਿਸ ਨਾਲ। ਤੇ ਬਟ ਕਹਿੰਦੇ ਆ ਕਿ ਇਹਦੇ ਵਿੱਚ ਆਪਾਂ ਕੰਮ ਤੇ ਕੰਪਲੀਟ ਕਰ ਰਹੇ ਹਾਂ ਨਾ, ਤੇ ਕਹਿੰਦਾ ਕਿ ਆਪਾਂ ਨੂੰ ਕੱਲਾ ਇਹ ਕੰਸੈਪਟ ਨੂੰ ਇਹਦੇ ਨਾਲ ਮੇਜਰ ਨਹੀਂ ਕਰਨਾ ਚਾਹੀਦਾ ਕਿ ਇਹ ਸਾਨੂੰ ਵੱਧ ਕੋਸਟ ਪੈਂਦੀ, ਕਿਉਂਕਿ ਇਹਦੇ ਵਿੱਚ ਤੁਹਾਨੂੰ ਓਬਵੀਅਸਲੀ ਤੁਸੀਂ ਕੰਮ ਕੰਪਲੀਟ ਕਰਨਾ ਔਨ ਟਾਈਮ ਤੇ ਤੁਸੀਂ ਕਿਸੇ ਵੇਲੇ ਕੋਸਟ ਜ਼ਿਆਦਾ ਲੱਗ ਸਕਦੀ ਆ। ਤੇ ਕਹਿੰਦੇ ਆਪਾਂ ਇਫੈਕਟਿਵਨੈਸ ਦੇ ਵਿੱਚ ਇਟ ਇਜ਼ ਅ ਮਲਟੀ ਡਿਮੈਂਸ਼ਨਲ ਕੰਸੈਪਟ ਵਿਚ ਕੈਨੋਟ ਬੀ ਮੇਜਰਡ ਔਨ ਦ ਬੇਸਿਸ ਆਫ ਏ ਸਿੰਗਲ ਮੇਜਰ ਸੱਚ ਐਜ਼ ਕੋਸਟ ਬੈਨੀਫਿਟ ਐਨਾਲਿਸਿਸ। ਕਹਿੰਦਾ ਕਿ ਇਹਨੂੰ ਸਿਰਫ
ਇਫੈਕਟਿਵਨੈਸ ਨੂੰ ਇਹਦੇ ਉੱਤੇ ਮੇਜਰ ਨਹੀਂ ਕਰਨਾ ਚਾਹੀਦਾ, ਇਹਦੇ ਉੱਤੇ ਹੀ ਹਮੇਸ਼ਾ ਨਹੀਂ ਸਟ੍ਰੈਸ ਦੇਣਾ ਚਾਹੀਦਾ ਕਿ ਇਹ ਸਿਰਫ ਕੋਸਟ ਹੀ ਘਟਾਵੇ, ਠੀਕ ਆ। ਬਟ ਇਹਦੇ ਵਿੱਚ ਆਪਾਂ ਨੂੰ ਇਹ ਵੀ ਵੇਖਣਾ ਚਾਹੀਦਾ ਵਾ ਕਿ ਇਹ ਕੰਮ ਤੇ ਔਨ ਟਾਈਮ ਦੇ ਰਿਹਾ ਨਾ, ਤੇ ਬਟ ਕਹਿੰਦੇ ਕਿ ਇਹਦੇ ਵਿੱਚ ਸਿਰਫ ਆਪਾਂ ਇਹ ਚੀਜ਼ ਵੇਖਦੇ ਹਾਂ ਕਿ ਇਹ ਸਾਨੂੰ ਮਿਨੀਮਮ ਕੋਸਟ 'ਤੇ ਕੰਮ ਕਰਕੇ ਦੇ ਰਿਹਾ ਹੈ, ਕਿ ਇਹ ਐਫੀਸ਼ੀਐਂਸੀ ਦੇ ਵਿੱਚ ਆਪਾਂ ਕੰਮ ਕੀ ਕਰ ਰਹੇ ਹਾਂ ਉਹਦੇ ਵਿੱਚ ਐਫੀਸ਼ੀਐਂਸੀ ਦੇ ਵਿੱਚ ਕਿ ਆਪਾਂ ਨੂੰ ਘੱਟ ਤੋਂ ਘੱਟ ਕੋਸਟ 'ਤੇ ਕੰਮ ਆਪਾਂ ਕਰਵਾਉਂਦੇ ਵਰਕਰਸ ਦੇ ਕੋਲੋਂ, ਠੀਕ ਆ। ਤੇ ਘੱਟ ਤੋਂ ਘੱਟ ਕੋਸਟ 'ਤੇ ਦੈਟ ਮੀਨਸ ਕਿ ਇਹ ਪ੍ਰੋਡਕਟ ਕਿਹਦੇ ਉੱਤੇ ਡਿਪੈਂਡ ਕਰਦਾ, ਐਫੀਸ਼ੀਐਂਸੀ ਦਾ ਮਤਲਬ ਇਹ ਹੈ ਕਿ ਤੁਸੀਂ ਕਿਹਦੇ ਨਾਲ ਉਹਨੂੰ ਮੇਜਰ ਕਰਦੇ ਜੋ ਕੋਸਟ ਦੇ ਨਾਲ। ਬਟ ਕਹਿੰਦੇ ਕਿ ਇਫੈਕਟਿਵਨੈਸ ਨੂੰ ਆਪਾਂ ਸਿਰਫ ਕੋਸਟ ਦਾ ਕਰਕੇ ਛੱਡ ਰਹੇ ਹਾਂ, ਕਿ ਆਪਾਂ ਕੋਸਟ ਕਹਿ ਰਹੇ ਹਾਂ ਕਿ ਇਹਦੇ ਵਿੱਚ ਕੋਸਟ ਜ਼ਿਆਦਾ ਪੈਂਦੀ ਆ, ਸੋ ਇਹਦਾ ਕਰਕੇ ਇਫੈਕਟਿਵਨੈਸ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ। ਦੋਵਾਂ ਦੀ ਆਪੋ ਆਪਣੀ ਵੈਲਿਊ, ਇਫੈਕਟਿਵਨੈਸ ਦੀ ਅਤੇ ਐਫੀਸ਼ੀਐਂਸੀ ਦੀ ਵੀ। ਬਟ ਨੋ ਡਾਊਟ ਹਰ ਇੱਕ ਕੰਪਨੀ ਨੂੰ ਇਹ ਹੁੰਦਾ ਹੈ ਕਿ ਮੈਂ ਆਪਣਾ ਪ੍ਰੋਡਕਟ ਵੱਧ ਤੋਂ ਵੱਧ ਕੀ ਕਰਾਂ, ਘੱਟ ਕੋਸਟ 'ਤੇ ਸੈੱਲ ਕਰਾਂ, ਤਾਂ ਜੋ ਮੈਨੂੰ ਵੱਧ ਤੋਂ ਵੱਧ ਕੀ ਹੋਵੇ, ਪ੍ਰੋਫਿਟ ਹੋਵੇ, ਠੀਕ ਹੈ ਜੀ। ਬੱਚੇ ਫੀਚਰਸ ਜੇ ਵੇਖੋ ਤੇ ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕੀ ਹਾਂ, ਉਹ ਸਾਰੇ ਸੇਮ ਹੀ ਆ ਕਿਉਂਕਿ ਆਪਾਂ ਪਹਿਲਾਂ ਕਰ ਚੁੱਕੇ ਹਾਂ, ਠੀਕ ਹੈ। ਫੀਚਰਸ ਸਾਰੇ ਸੇਮ ਹੀ ਆ, ਜਾਂ ਤੁਸੀਂ ਫੀਚਰਸ ਜੋ ਆਪਾਂ ਹੁਣ ਡੈਫੀਨੇਸ਼ਨਸ ਦੇ ਵਿੱਚ ਪੜ੍ਹਿਆ ਵਾ ਕਿ ਇੱਕ ਸੋਸ਼ਲ ਪ੍ਰੋਸੈਸ ਹੈ, ਇੱਕ ਇੰਟੀਗ੍ਰੇਟਿੰਗ ਪ੍ਰੋਸੈਸ ਆ, ਇੰਟਰੈਕਟਿਵ ਪ੍ਰੋਸੈਸ ਆ, ਕੰਟੀਨਿਊਸ ਪ੍ਰੋਸੈਸ ਆ, ਜਾਂ ਯੂਨੀਵਰਸਲ ਪ੍ਰੋਸੈਸ, ਤੁਸੀਂ ਇਹ ਵੀ ਲਿਖ ਸਕਦੇ ਜੋ, ਠੀਕ ਹੈ। ਸਮਝ ਆ ਰਹੀ ਹੈ। ऑब्जेक्टिव्स ऑफ मैनेजमेंट, ऑब्जेक्टिव्स मैं तुहानूं पहलां भी समझाया सी कि ये तीन तरह दे विच उहने डिवाइड कीते, एक काहदे विच कीते ऑर्गेनाइजेशनल ऑब्जेक्टिव्स, दूजा काहदे विच कीते सोशल दे विच कीते आ, एंड तीजा काहदे विच कीते पए उहने परसनल ऑब्जेक्टिव्स, ठीक है। एंड बच्चे ये मैं तुहानूं कल नूं पुछ के दस दांगी कि तुहानूं मैं थ्रू वट्सएप ते पुछ लांगी कि क्योंकि आपां ये डिस्कस कीता वा पहलां, कि तुहानूं फिर मैं दोबारा डिस्कस करवावां कि की करना है आपां, ठीक है। सो दैट्स ऑल फॉर टुडे, थैंक यू स्टूडेंट्स।